पेश है विज्ञान लड़ीवार आउण वाला कल दी 13वीं कड़ी। प्यारे ਸਰੋਤਿਓ, ਬਨੌਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 13ਵੀਂ ਕੜੀ 'ਚ ਤੁਹਾਡਾ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਤੇ। ਅਸੀਂ ਪੇਸ਼ ਕਰਾਂਗੇ ਅੱਜ ਕਿ ਕਿਵੇਂ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ ਵਿੱਚ ਇਨਸਾਨੀ ਵੌਇਸ ਰਿਕੋਗਨੀਸ਼ਨ ਦਾ ਹੋਵੇਗਾ ਆਗਾਜ਼ ਤੇ ਅਸੀਂ ਸੁਣਾਂਗੇ ਤੇ ਜਾਣਾਂਗੇ ਇਸ ਆਵਾਜ਼ ਪਹਿਚਾਣ ਵਿਗਿਆਨ ਦੇ ਨਿਯਮਾਂ ਨੂੰ ਤੇ ਅਮਲ ਨੂੰ ਵੀ। ਤੇ ਦੋਸਤੋ ਸੁਣੋ ਹੁਣ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਮੇਰੀ ਆਵਾਜ਼ ਹੀ ਮੇਰੀ ਪਛਾਣ ਹੈ। ਪ੍ਰਕਾਸ਼ ਪੁੱਤ, ਟੀਵੀ ਚਲਾਈ, ਆ ਦੇਖੀਏ ਸਵੇਰ ਸਾਰ ਦੀਆਂ ਖਬਰਾਂ ਕੀ ਨੇ। ਮੰਮੀ ਮੈਂ ਹੁਣੇ ਬੰਦ ਕੀਤਾ ਹੈ। ਕੋਈ ਖਾਸ ਖਬਰ ਨਹੀਂ ਹੈ। ਸਾਰੇ ਚੈਨਲਾਂ ਤੇ ਨਕਾਰਾਤਮਕ ਖਬਰਾਂ ਨੇ। ਹਾਂ ਪੁੱਤਰ, ਤੂੰ ਠੀਕ ਆਖਿਆ। ਆ ਪ੍ਰਾਈਵੇਟ ਚੈਨਲ ਟੀਆਰਪੀ ਵਧਾਉਣ ਦੇ ਚੱਕਰ 'ਚ ਸਮਾਜ ਤੇ ਦੇਸ਼ ਦਾ ਤਾਂ ਹਿੱਤ ਹੀ ਭੁੱਲ ਜਾਂਦੇ ਨੇ। ਮੰਮੀ ਕੰਪੀਟੀਸ਼ਨ ਹੈ ਸਾਰੀ ਥਾਵਾਂ ਤੇ, ਉਹਦੇ 'ਚ ਦੇਸ਼ ਸਮਾਜ ਦਾ ਹਿੱਤ ਪਿੱਛੇ ਛੁੱਟ ਜਾਂਦਾ ਹੈ। ਹੋ ਵਾਹ, ਸਮਝਦਾਰ ਹੋ ਗਿਆ ਮੇਰਾ ਪੁੱਤ। ਮੰਮੀ ਉਹ ਤਾਂ ਮੈਂ ਪਹਿਲਾਂ ਤੋਂ ਹੀ ਸੀ, ਤੁਸੀਂ ਦੇਰ ਨਾਲ ਪਛਾਣਿਆ। ਬੇਟੇ, ਇਹ ਸਭ ਜੈਨੇਟਿਕ ਤੇ ਅਣੂਵੰਸ਼ਿਕ ਗੁਣਾਂ ਦਾ ਕਮਾਲ ਹੈ। ਸੁਪਰ ਮਾਂ ਦਾ ਸੁਪਰ ਬੇਟਾ। ਕੁਝ ਦਿਨ ਪਹਿਲਾਂ ਤੁਸੀਂ ਕਿਸੇ ਪ੍ਰਤੀਯੋਗਿਤਾ ਦੀ ਗੱਲ ਕਰ ਰਹੇ ਸੀ ਬੇਟਾ, ਕੀ ਹੋਇਆ ਉਹਦਾ? ਹਾਂ ਮੰਮੀ, ਹਜੇ ਉਹਦੀ ਤਾਰੀਖ ਫਾਈਨਲ ਨਹੀਂ ਹੋਈ। ਕਿਸ ਵਿਸ਼ੇ ਨੂੰ ਲੈ ਕੇ ਤਿਆਰੀ ਕਰ ਰਹੀ ਹੈ ਤੁਹਾਡੀ ਟੀਮ? ਮੰਮੀ ਅਸੀਂ ਤਾਂ ਕਈ ਵਿਸ਼ੇ ਸੁਝਾਏ ਸੀਗੇ, ਜਿਵੇਂ ਵਾਤਾਵਰਣ ਪ੍ਰਦੂਸ਼ਣ, ਡਿਜੀਟਲ ਡਿਵਾਈਸਿਸ, ਊਰਜਾ ਤੇ ਨਵੇਂ ਸਰੋਤ ਵਗੈਰਾ। ਬੇਟਾ, ਵੈਸੇ ਤਾਂ ਇਹ ਸਦਾ ਬਹਾਰ ਵਿਸ਼ੇ ਨੇ, ਪਰ ਫਿਰ ਵੀ ਇਹਨਾਂ 'ਚ ਕੁਝ ਨਵਾਂਪਨ ਨਹੀਂ ਲੱਗ ਰਿਹਾ। ਮੰਮੀ ਇਹੀ ਗੱਲ ਸਾਡੇ ਸਰ ਨੇ ਵੀ ਆਖੀ ਸੀ। ਉਸੇ ਨੂੰ ਲੈ ਕੇ ਸਾਡੀ ਸਾਰੀ ਟੀਮ 'ਚ ਮੰਥਨ ਚੱਲ ਰਿਹਾ ਹੈ। ਪਰ ਤੁਹਾਡੇ ਪ੍ਰੋਫੈਸਰ ਸੁਰਿੰਦਰ ਤਾਂ ਬਹੁਤ ਇਨੋਵੇਟਿਵ ਨੇ ਬੇਟਾ। ਉਹਨਾਂ ਨੇ ਕੋਈ ਸੁਝਾਅ ਨਹੀਂ ਦਿੱਤਾ? ਮੰਮੀ ਉਹਨਾਂ ਨੇ ਆਖਿਆ ਕਿ ਪਹਿਲਾਂ ਸਾਡੀ ਸਾਰੀ ਟੀਮ ਮਿਲ ਕੇ ਕੁਝ ਨਵਾਂ ਸੁਝਾਏ ਤੇ ਉਸ ਤੇ ਕੰਮ ਸ਼ੁਰੂ ਕਰੇ। ਇੱਕ ਇਨੋਵੇਟਰ ਦੇ ਨਾਲ ਇਹੀ ਸਮੱਸਿਆ ਹੈ। ਮੇਰੀ ਮਾਂ ਦੇ ਵਾਂਗ ਪਹਿਲਾਂ ਟੀਵੀ ਚਲਾਉਣ ਲਈ ਆਖ ਦਿੱਤਾ ਤੇ ਹੁਣ ਵੇਖਣਾ ਹੀ ਭੁੱਲ ਗਏ। ਬੇਟਾ, ਆ ਸਵੇਰ ਦੇ ਸਮਾਚਾਰ ਸੁਣਨ ਨਾਲ ਨਾ ਨਵੀਆਂ ਘਟਨਾਵਾਂ ਦਾ ਪਤਾ ਲੱਗਦਾ ਰਹਿੰਦਾ ਹੈ। ਮੰਮੀ ਸਭ ਤੋਂ ਵੱਡੀ ਖਬਰ ਤਾਂ ਘਰ ਦੇ ਬਗੀਚੇ 'ਚ ਚਹਿਚਹਾਉਂਦੇ ਪੰਛੀਆਂ ਦਾ ਇਹ ਮధుਰ ਸੰਗੀਤ ਹੈ। ਪੰਛੀ ਵੀ ਕਿਸੇ ਮਨੁੱਖ ਇਨੋਵੇਟਰ ਤੋਂ ਘੱਟ ਥੋੜੀ ਨੇ। ਇਹ ਸਭ ਸਮਝਦੇ ਨੇ ਇੱਕ ਦੂਜੇ ਦੀ ਆਵਾਜ਼ ਤੇ ਸੁਰ ਨੂੰ। ਹਾਂ ਮੰਮੀ, ਇਹਨਾਂ ਦਾ ਤਾਲਮੇਲ ਤਾਂ ਦੇਖੋ। ਹਾਂ, ਕਿਸੇ ਸੁਪਰ ਕੰਪਿਊਟਰ ਰਾਹੀਂ ਬਣੇ ਤਾਲਮੇਲ ਵਰਗਾ ਅਨੁਭਵ ਹੈ ਨਾ। ਮੰਮੀ ਕਿਆ ਕਮਾਲ ਦਾ ਤਾਲਮੇਲ ਹੈ। ਡਰਾਮਾ ਪਰਫਾਰਮੈਂਸ ਤਾਂ ਸਾਡੀ ਟੀਮ ਵੀ ਇਹਨਾਂ ਦੇ ਤਾਲਮੇਲ ਦੇ ਅੱਗੇ ਫਿੱਕੀ ਪੈ ਜਾਂਦੀ ਹੈ। ਪੁੱਤਰ, ਅੱਜ ਦੇ ਯੁੱਗ 'ਚ ਤੁਹਾਡਾ ਕੰਪਿਊਟਰ ਤੇ ਸਮਾਰਟਫੋਨ ਸਭ ਕੁਝ ਪਹਿਚਾਨ ਲੈਂਦਾ ਤਾਂ ਇਹ ਤਾਂ ਵਿਚਾਰੇ ਠਹਿਰੇ ਜੀਵ। ਠੀਕ ਆਖਿਆ, ਕੁਦਰਤ ਦੇ ਸੁਪਰ ਕੰਪਿਊਟਰ। ਹਾਂ, ਸਹੀ ਆਖਿਆ ਬੇਟਾ। ਮੈਂ ਵੀ ਮਸ਼ੀਨੀ ਬੁੱਧੀ ਦੁਆਰਾ ਆਵਾਜ਼ ਪਛਾਣਨ ਦੇ ਵੱਲ ਹੀ ਇਸ਼ਾਰਾ ਕਰ ਰਹੀ ਸੀ। ਮੈਂ ਕੁਝ ਸਮਝਿਆ ਨਹੀਂ ਮੰਮੀ। ਬੇਟਾ, ਮੈਂ ਗੱਲ ਕਰ ਰਹੀ ਸੀ ਸਪੀਚ ਰੈਕਗਨੀਸ਼ਨ ਦੀ। ਕੁਛ ਯਾਦ ਆਇਆ, ਮੇਰਾ ਦੋਸਤ ਰਵੀ ਤਾਂ ਆਪਣਾ ਪ੍ਰੋਜੈਕਟ ਹੀ ਇਸੇ ਤਕਨੀਕ ਦੀ ਮਦਦ ਨਾਲ ਕਰਦਾ ਹੈ। ਬਹੁਤ ਸ਼ਾਰਟਕਟ ਮਾਰਦਾ ਹੈ, ਪਰ ਇੱਕ ਅਧਿਆਪਕਾ ਹੋਣ ਦੇ ਨਾਤੇ ਮੈਂ ਇਸ ਦੇ ਪੱਖ 'ਚ ਨਹੀਂ ਹਾਂ। ਹਾਂ ਮੰਮੀ, ਉਹਦੇ ਹੋਮਵਰਕ ਤੇ ਪ੍ਰੋਜੈਕਟ ਰਿਪੋਰਟ 'ਚ ਬਹੁਤ ਗਲਤੀਆਂ ਹੁੰਦੀਆਂ ਨੇ। ਟੀਚਰ ਝਿੜਕਦਾ ਵੀ ਹੈ ਪਰ ਉਹ ਮੰਨਦਾ ਹੀ ਨਹੀਂ। ਚੀਕਣਾ ਘੜਾ ਵਿਚਾਰਾ। ਪਰ ਮੰਮੀ ਸਟੇਜ ਤੇ ਉਹਦੀ ਪਰਫਾਰਮੈਂਸ ਵੇਖਣ ਵਾਲੀ ਹੁੰਦੀ ਹੈ। ਉਹ ਆਪਣੀ ਚਿਕਨਾਈ ਦੂਸਰਿਆਂ ਤੇ ਲਪੇਟ ਦਿੰਦਾ ਹੈ। ਚਲੋ ਕਿਤੇ ਤਾਂ ਅੱਗੇ ਹੈ। ਮੰਮੀ ਉਹ ਕਹਿ ਰਿਹਾ ਸੀਗਾ ਕਿ ਇੱਕ ਕਮਾਂਡ ਤੇ ਉਹਦੇ ਕੰਪਿਊਟਰ ਦਾ ਸੌਫਟਵੇਅਰ ਸਾਰਾ ਹੋਮਵਰਕ ਕਰ ਦਿੰਦਾ ਹੈ। ਇਹ ਨਵੇਂ ਐਪ ਅੱਜ ਦੇ ਨਵੇਂ ਇਨੋਵੇਸ਼ਨ ਨੇ ਬੇਟਾ। ਮੈਂ ਪੜ੍ਹਿਆ ਸੀ ਮੰਮਾ ਕਿ ਕਈ ਐਪ ਦੀ ਕੀਮਤ ਤਾਂ ਅਰਬਾਂ 'ਚ ਹੈ। ਬਿਲਕੁਲ। ਇਹ ਆਰਥਿਕ ਮੁੱਲ ਐਕਚੁਅਲ 'ਚ ਇਹਨਾਂ ਐਪਸ ਦਾ ਨਹੀਂ, ਸਗੋਂ ਇਨੋਵੇਟਰਸ ਦੇ ਦਿਮਾਗ ਦਾ ਹੈ। ਮੰਮੀ ਗੱਲਾਂ 'ਚ ਸਵੇਰ ਦੀ ਚਾਹ ਕਿੱਥੇ ਗਈ? ਕੋਈ ਗੱਲ ਨਹੀਂ, ਤੁਸੀਂ ਵੇਟ ਕਰੋ, ਅੱਜ ਦੀ ਚਾਹ ਮੈਂ ਬਣਾ ਕੇ ਪਿਲਾਉਣਾ। ਵਾਹ, ਅੱਜ ਪਹਿਲੀ ਵਾਰ ਅਕਲ ਦੀ ਗੱਲ ਕੀਤੀ ਹੈ। ਪਰ ਯਾਦ ਰੱਖਣਾ, ਕਿਤੇ ਚੀਨੀ ਦੀ ਥਾਂ ਲੂਣ ਨਾ ਪਾ ਦੀ।
ਕਿਤੇ ਪਤਾ ਲੱਗੇ ਇੱਕ ਹੋਰ ਨਵੀਂ ਇਨੋਵੇਸ਼ਨ। ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਮਮਾ, ਮੇਰੀ ਇਨੋਵੇਸ਼ਨ ਸਵਾਦ ਨਾਲ ਭਰਪੂਰ ਹੋਏਗੀ। ਠੀਕ ਹੈ। ਇਹ ਲਓ ਮੰਮੀ ਜੀ, ਇਹ ਰਹੀ ਤੁਹਾਡੀ ਮਾਰਨਿੰਗ ਟੀ ਤੇ ਨਾਲ ਤੁਹਾਡੀਆਂ ਮਨਪਸੰਦ ਸਨੈਕਸ। ਓ ਵਾਹ, ਤੂੰ ਤਾਂ ਸੱਚੀ ਮੁੱਚੀ ਸਿੱਧ ਕਰ ਦਿੱਤਾ। ਸੁਪਰ ਮਾਂ ਦਾ ਸੁਪਰ ਬੇਟਾ। ਮਮਾ ਟੀਵੀ ਦੀ ਆਵਾਜ਼ ਥੋੜਾ ਵਧਾਈਓ, ਕੁਝ ਆਰਟੀਫੀਸ਼ੀਅਲ ਬੁੱਧੀ ਦੀਆਂ ਗੱਲਾਂ ਹੋ ਰਹੀਆਂ, ਥੋੜਾ ਮੈਂ ਵੀ ਲੁਤਫ ਲੈ ਲਵਾਂ। ਕਿਉਂ ਨਹੀਂ। ਉਹ ਇਹ ਤਾਂ ਬੜਾ ਮਜ਼ੇਦਾਰ ਵਿਸ਼ਾ ਹੈ, ਇਸੇ ਦੇ ਬਾਰੇ ਤਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਸੀ। ਮਮਾ ਉਹ ਨੀਚੇ ਦਿੱਤੇ ਕੈਪਸ਼ਨ ਨੂੰ ਤਾਂ ਪੜੋ ਜ਼ਰਾ। ਗਲੋਬਲ ਮੀਟ ਔਨ ਆਰਟੀਫੀਸ਼ੀਅਲ ਇੰਟੈਲੀਜੈਂਸ। ਹਾਂ ਮਮਾ, ਇਹ ਤਾਂ ਪ੍ਰੋਫੈਸਰ ਸੁਰਿੰਦਰ ਦਾ ਵਿਸ਼ਾ ਹੈ, ਹੋ ਸਕਦਾ ਹੈ ਉਹ ਵੀ ਇਸ 'ਚ ਭਾਗ ਲੈਣ। ਬੇਟਾ, ਇਹ ਵਰਚੁਅਲ ਦੁਨੀਆ ਦੇ ਵੱਲ ਇੱਕ ਨਵਾਂ ਕਦਮ ਹੈ। ਕਰੋਨਾ ਨੇ ਨਾ ਸਾਰੀ ਦੁਨੀਆ ਦਾ ਸਰੂਪ ਬਦਲ ਦਿੱਤਾ। ਇਸ ਕਾਨਫਰੰਸ 'ਚ ਆਮ ਵਿਅਕਤੀ ਵੀ ਭਾਗ ਲੈ ਸਕਦੇ ਨੇ। ਆਨਲਾਈਨ ਕੋਈ ਵੀ ਆਪਣਾ ਰਜਿਸਟ੍ਰੇਸ਼ਨ ਕਰਾ ਸਕਦਾ ਹੈ। ਵਾਹ ਮਮਾ, ਮਜ਼ਾ ਆ ਗਿਆ। ਮੈਂ ਵੀ ਆਪਣੀ ਸਾਰੀ ਟੀਮ ਨਾਲ ਇਸ 'ਚ ਭਾਗ ਲਵਾਂਗਾ। ਹੁਣੇ ਫੋਨ ਕਰਦਾ ਸਾਰਿਆਂ ਨੂੰ। ਓਹੋ, ਇੰਨੀ ਛੇਤੀ ਕਿਉਂ? ਵੈਬਸਾਈਟ ਦਾ ਤਾਂ ਪਤਾ ਨੋਟ ਕਰ ਲਓ। ਓ ਮਮਾ ਤੁਸੀਂ ਚਿੰਤਾ ਨਾ ਕਰੋ, ਸਾਰੀਆਂ ਜਾਣਕਾਰੀਆਂ ਨੈਟ ਤੇ ਮਿਲ ਜਾਣਗੀਆਂ। ਇੱਕ ਕਦਮ ਅੱਗੇ 21ਵੀਂ ਸਦੀ ਦੀ ਪੀੜ੍ਹੀ 'ਚ ਠਹਿਰੀ। ਪ੍ਰਕਾਸ਼ ਬੇਟਾ, ਹੋ ਗਈ ਗੱਲ ਦੋਸਤ ਨਾਲ? ਸਭ ਠੀਕ ਤਾਂ ਹੈ ਨਾ? ਹਾਂ ਮਮਾ, ਮੈਂ ਰਵੀ ਨੂੰ ਟੀਵੀ ਤੇ ਆ ਰਹੇ ਗਲੋਬਲ ਸਮਿਟ ਬਾਰੇ ਦੱਸ ਰਿਹਾ ਸੀਗਾ। ਤਾਂ ਫਿਰ ਕੀ ਗੱਲ ਦੱਸੀ? ਨਾ ਕੋਈ ਖਰਚਾ, ਨਾ ਹੀ ਘਰ ਤੋਂ ਬਾਹਰ ਨਿਕਲਣਾ। ਸਾਰੇ ਆਪਣਾ ਆਨਲਾਈਨ ਰਜਿਸਟ੍ਰੇਸ਼ਨ ਕਿਉਂ ਨਹੀਂ ਕਰਵਾ ਲੈਂਦੇ? ਮਸ਼ੀਨੀ ਗਿਆਨ ਦੀ ਗੰਗਾ ਹੈ, ਵਹਿੰਦੇ ਪਾਣੀ 'ਚ ਹੱਥ ਧੋ ਲਓ। ਹਾਂ ਮੰਮੀ, ਮੇਰਾ ਦੋਸਤ ਰਵੀ ਬਸ ਪਹੁੰਚਣ ਵਾਲਾ ਹੀ ਹੈ, ਫਿਰ ਅਸੀਂ ਦੋਵੇਂ ਕ੍ਰਿਸ਼ਨ ਦੇ ਘਰ ਜਾਵਾਂਗੇ ਤਾਂ ਕਿ ਅੱਗੇ ਦੀ ਪਲੈਨਿੰਗ ਤਿਆਰ ਕਰ ਸਕੀਏ। ਹੋ, ਉੱਥੇ ਤਾਂ ਪ੍ਰੋਫੈਸਰ ਸੁਰਿੰਦਰ ਵੀ ਮਿਲਣਗੇ ਬੇਟਾ। ਉਹ AI ਦੇ ਮਾਹਿਰ ਨੇ, ਸਹੀ ਮਾਰਗਦਰਸ਼ਨ ਕਰਨਗੇ ਤੁਹਾਡਾ। ਇਸੇ ਲਈ ਤਾਂ ਕ੍ਰਿਸ਼ਨ ਨੇ ਆਪਣੇ ਘਰ ਬੁਲਾਇਆ ਮਮਾ। ਅੱਜ ਉਹਦੇ ਪਾਪਾ ਯਾਨੀ ਕਿ ਪ੍ਰੋਫੈਸਰ ਸੁਰਿੰਦਰ ਘਰ ਹੀ ਨੇ। हेलो डियर, देर ਤਾਂ ਨਹੀਂ ਹੋ ਗਈ? ਉਹ ਨਹੀਂ ਨਹੀਂ, ਤੇਰੀ ਮੁਸਤੈਦੀ ਦਾ ਸੁਪਰਸੋਨਿਕ ਮਿਜ਼ਾਈਲ ਤੇ ਸੁਪਰ ਕੰਪਿਊਟਰ ਨੂੰ ਵੀ ਮਾਤ ਦੇ ਦੇਵੇ। ਹੁਣ ਤਾਂ ਕੰਪਿਊਟਰ ਯੁੱਗ ਤੋਂ ਨਿਕਲ ਕੇ ਸੰਸਾਰ ਬਨੌਟੀ ਬੁੱਧੀ ਦੇ ਵੱਲ ਵੱਧ ਚੱਲਿਆ ਹੈ। ਸਹੀ ਆਖਿਆ ਨਾ ਮੈਂ? ਉਹ ਬਈ, ਤੇਰੀ ਹਾਜ਼ਰ ਜਵਾਬੀ ਦਾ ਕੋਈ ਮੁਕਾਬਲਾ ਹੀ ਨਹੀਂ। ਹੁਣ ਦੋਨੋਂ ਦੋਸਤ ਦਰਵਾਜ਼ੇ ਤੇ ਹੀ ਖੜੇ ਰਹੋਗੇ ਜਾਂ ਅੰਦਰ ਵੀ ਆਓਗੇ? ਨਮਸਤੇ ਆਂਟੀ ਜੀ। ਨਮਸਤੇ ਬੇਟਾ। ਮੇਰੀ ਮਾਂ ਪ੍ਰਤਿਭਾਵਾਂ ਦੀ ਪ੍ਰਤਿਭਾ ਹੈ। ਚਲੋ ਛੱਡੋ ਇਹ ਮਜ਼ਾਕ। ਅੱਛਾ ਬੇਟਾ, ਚਾਹ ਨਾਸ਼ਤਾ ਲਓਗੇ? ਨਹੀਂ ਨਹੀਂ ਆਂਟੀ ਜੀ, ਘਰੋਂ ਚਾਹ ਨਾਸ਼ਤਾ ਕਰਕੇ ਆ ਜੀ। ਮੰਮੀ, ਰਵੀ ਅੱਜਕੱਲ ਡਾਈਟਿੰਗ ਤੇ ਚੱਲ ਰਿਹਾ ਹੈ, ਇਹਦੇ ਬਦਲੇ ਮੈਂ ਹੀ ਖਾ ਲੈਣਾ। ਆਂਟੀ ਜੀ, ਵੈਸੇ ਤਾਂ ਗਲੋਬਲ ਸਮਿਟ 'ਚ ਬਹੁਤ ਕੁਝ ਜਾਣਨ ਨੂੰ ਮਿਲੇਗਾ, ਪਰ ਤੁਸੀਂ ਵੀ ਤਾਂ ਆਪਣੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹੋਗੇ। ਬਿਲਕੁਲ। ਮੰਮੀ ਨੇ ਪਿਛਲੇ ਸਾਲ ਆਪਣੇ ਵਿਦਿਆਰਥੀਆਂ ਦੇ ਸਟਰੀਟ ਪਲੇ ਦਾ ਨਿਰਦੇਸ਼ਨ ਕੀਤਾ ਸੀ। ਉਹ ਪਲੇ ਰਾਸ਼ਟਰੀ ਪੱਧਰ ਤੇ ਪਹਿਲੇ ਨੰਬਰ ਤੇ ਆਇਆ ਸੀ। ਬੱਚਿਓ, ਜੇਕਰ AI ਤੇ ਕੁਝ ਕਰਨਾ ਹੈ ਨਾ ਤਾਂ ਧਿਆਨ ਰੱਖਣਾ, ਇਹ ਬਹੁਤ ਵੱਡਾ ਵਿਸ਼ਾ ਹੈ। ਚੰਗਾ ਇਹੀ ਹੋਏਗਾ ਕਿ ਕਿਸੇ ਉਪ ਵਿਸ਼ੇ ਨੂੰ ਲੈ ਕੇ ਅੱਗੇ ਵਧਿਆ ਜਾਵੇ। ਮਮਾ, ਇਹਦਾ ਡਿਸੀਜਨ ਤਾਂ ਗਲੋਬਲ ਕਾਨਫਰੰਸ ਤੋਂ ਬਾਅਦ ਲੈਣਾ ਠੀਕ ਹੋਏਗਾ। ਕਈ ਮੁੱਦੇ ਸਾਹਮਣੇ ਆਉਣਗੇ। ਬਟ ਪ੍ਰੋਫੈਸਰ ਸੁਰਿੰਦਰ ਨਾਲ ਚਰਚਾ ਕਰਕੇ ਕਿਸੇ ਨਿਰਣੇ ਤੇ ਪਹੁੰਚਿਆ ਜਾ ਸਕਦਾ ਹੈ। ਆਂਟੀ ਜੀ, ਤੁਸੀਂ ਵੀ IT ਖੇਤਰ ਨਾਲ ਜੁੜੇ ਹੋਏ ਹੋ, ਤੁਹਾਡਾ ਕੀ ਸੁਝਾਅ ਹੈ? ਦੇਖੋ ਬੱਚਿਓ, ਵੈਸੇ ਤਾਂ ਬਹੁਤ ਸਾਰੇ ਥੀਮ ਹੋ ਸਕਦੇ ਨੇ, ਪਰ ਮੇਰੇ ਵਿਚਾਰ ਨਾਲ ਸਪੀਚ ਰੈਕੋਗਨੀਸ਼ਨ ਜ਼ਿਆਦਾ ਠੀਕ ਰਹੇਗਾ। ਤੁਹਾਡਾ ਮਤਲਬ ਹੈ ਯੰਤਰਿਕ ਬੁੱਧੀ ਤੇ ਆਵਾਜ਼ ਦੀ ਪਛਾਣ? ਸਹੀ ਪਛਾਣਿਆ। ਆਂਟੀ ਜੀ, ਅਸੀਂ ਪ੍ਰੋਫੈਸਰ ਸੁਰਿੰਦਰ ਨਾਲ ਚਰਚਾ ਕਰੀਏ, ਉਸ ਤੋਂ ਪਹਿਲਾਂ ਥੋੜਾ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਤੁਸੀਂ ਸਮਾਰਟ ਦਫ਼ਤਰਾਂ ਤੇ ਘਰਾਂ ਦੀ ਗੱਲ ਸੁਣੀ ਹੋਏਗੀ ਜੀ। ਇਹ ਸਭ ਤਕਨੀਕਾਂ ਆਵਾਜ਼ ਦੇ ਸਰੂਪ ਅਤੇ ਉਸ ਦੇ ਮੋਡੂਲੇਸ਼ਨ ਤੇ ਕੰਮ ਕਰਦੀਆਂ ਨੇ। ਮਮਾ, ਤਾਂ ਕਿ ਤੁਸੀਂ ਉਸ ਅਗੇੜੇ ਨੂੰ ਨਹੀਂ ਜਾਣਦੇ? ਸਾਰਾ ਹੋਮਵਰਕ ਤੇ ਪ੍ਰੋਜੈਕਟ ਕੰਮ ਐਵੇਂ ਹੀ ਕਰਦਾ ਹੈ। ਇਸੇ ਲਈ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਉਹਦੇ ਕੰਮ 'ਚ। ਬੇਟਾ, ਇਹ ਸਾਰੀਆਂ ਗਲਤੀਆਂ ਉਸ ਦੇ ਉਚਾਰਨ ਦੋਸ਼ ਦੇ ਕਾਰਨ ਹੁੰਦੀਆਂ ਨੇ।
ਪਰ ਫਿਰ ਵੀ ਉਹ ਚਾਹੇ ਤਾਂ ਸਿਸਟਮ ਨੂੰ ਰੀਸੈਟ ਕਰਕੇ ਦੂਰ ਕਰ ਸਕਦਾ ਹੈ। ਅਸਲ 'ਚ ਸਪੀਚ ਰੈਕੋਗਨੀਸ਼ਨ ਆਵਾਜ਼ ਦੇ ਪਛਾਣਨ ਦੀ ਤਕਨੀਕ ਤੇ ਕੰਮ ਕਰਦਾ ਹੈ। ਓਕੇ ਮੰਮਾ, ਹੁਣ ਅਸੀਂ ਲੇਟ ਹੋ ਰਹੇ ਹਾਂ, ਮੁੜ ਕੇ ਫਿਰ ਚਰਚਾ ਕਰਾਂਗੇ ਇਸ ਗੱਲ ਤੇ। ਜੀ ਆਂਟੀ, ਹੁਣ ਅਸੀਂ ਆਗਿਆ ਚਾਹੁੰਦੇ ਹਾਂ। ਬਾਏ ਆਂਟੀ ਜੀ। ਓਕੇ ਬੇਟਾ, ਬਾਏ। ਉਹ ਬੱਲੇ, ਸ਼ੁਕਰ ਹੈ ਆ ਗਏ ਹੋ। ਉਹ ਕਿੱਥੇ ਰਹਿ ਗਏ ਸੀ ਯਾਰ ਤੁਸੀਂ? ਬਸ ਪ੍ਰਕਾਸ਼ ਦੇ ਘਰੇ ਸੀ, ਆਂਟੀ ਜੀ ਨਾਲ ਕੁਝ ਚਰਚਾ ਕਰਨ ਲੱਗ ਪਏ ਸੀ। ਓ ਹੋ, ਆਂਟੀ ਦਾ ਬਸ ਕਮਾਲ ਹੈ ਬਈ, ਮਾਹਰਾਂ ਦੇ ਵੀ ਮਾਹਰ ਹੈ ਉਹ। ਜਿਵੇਂ ਦਾ ਨਾਂ ਉਵੇਂ ਦਾ ਹੀ ਕੰਮ। ਬਿਲਕੁਲ। ਯਾਰ ਕ੍ਰਿਸ਼ਨ, ਸਮੇਂ ਦਾ ਧਿਆਨ ਰੱਖਦੇ ਹੋਏ ਕਿਉਂ ਨਾ ਪਹਿਲੇ ਤੁਹਾਡੇ ਪਾਪਾ ਨੂੰ ਮਿਲ ਲਈਏ, ਉਹ ਬਿਲਕੁਲ ਸਹੀ ਗਾਈਡ ਕਰਨਗੇ। ਉਹ ਗ੍ਰੇਟ ਆਈਡੀਆ ਯਾਰ। ਪਾਪਾ ਆਪਣੇ ਸਟੱਡੀ ਰੂਮ 'ਚ ਹੈ, ਚਲੋ ਫਿਰ। ਇਕੱਠੇ ਚੱਲਦੇ ਹਾਂ ਹਾਂ ਤੇ ਇਕੱਠੇ ਗੁੱਡ ਮਾਰਨਿੰਗ ਬੋਲਾਂਗੇ। ਠੀਕ ਹੈ। ਠੀਕ ਹੈ, ਹਾਂ। ਬਿਲਕੁਲ। ਆ ਜਾਓ। ਲਓ ਜੀ, 1 2 3। ਗੁੱਡ ਗੁੱਡ ਮਾਰਨਿੰਗ ਅੰਕਲ। ਉਹ ਯਾਰ ਮੇਰੇ ਤਾਂ ਪਾਪਾ ਹੈ, ਮੈਂ ਅੰਕਲ ਕਿਉਂ ਕਹੀ ਜਾ ਰਿਹਾ? ਗੁੱਡ ਮਾਰਨਿੰਗ ਬੱਚਿਓ, ਕਿਵੇਂ ਹੋ ਤੁਸੀਂ? ਅੰਕਲ ਜੀ, ਇਹ ਤਾਂ ਤੁਸੀਂ ਦੱਸ ਸਕਦੇ ਹੋ, ਸੁਰ ਤੇ ਬੋਲੀ ਦੇ ਮਾਹਰ ਜੋ ਹੋਏ। ਬਈ ਇਹ ਸਵਾਲ ਤਾਂ ਤੁਹਾਡੀ ਪੀੜ੍ਹੀ ਕਰ ਸਕਦੀ ਹੈ। ਵੈਸੇ ਮੇਰੇ ਮਨ ਦਾ ਤਕਨੀਕ ਰੂਪੀ ਗੈਜਟ ਇਹ ਕਹਿੰਦਾ ਵੀ ਤੁਹਾਡੇ ਮਨ 'ਚ ਕੋਈ ਉਲਝਣ ਹੈ। ਬਿਲਕੁਲ ਸਹੀ ਕਿਹਾ ਅੰਕਲ ਤੁਸੀਂ। ਉਸੇ ਉਲਝਣ ਨੂੰ ਦੂਰ ਕਰਨ ਲਈ ਅਸੀਂ ਤੁਹਾਡੇ ਕੋਲ ਆਏ ਹਾਂ। ਅੰਕਲ ਜੀ, ਤੁਹਾਨੂੰ ਪਤਾ ਹੀ ਹੋਏਗਾ ਕਿ ਸਾਡੀ ਟੀਮ ਆਮ ਜਨਤਾ 'ਚ ਤਕਨੀਕੀ ਜਾਗਰੂਕਤਾ ਫੈਲਾਉਣ ਦੇ ਲਈ ਇੱਕ ਨੁੱਕੜ ਨਾਟਕ ਤਿਆਰ ਕਰ ਰਹੀ ਹੈ। ਵਿਸ਼ਾ ਬਨਾਵਟੀ ਬੁੱਧੀ ਵੀ ਹੋ ਸਕਦਾ ਹੈ ਜਾਂ ਕੋਈ ਦੂਸਰਾ ਵੀ। ਬਈ ਸੋਚ ਚੰਗੀ ਹੈ, ਅੱਗੇ ਵਧਦੇ ਆ ਫਿਰ। ਪਾਪਾ ਐਕਚੁਅਲੀ ਅਸੀਂ ਨਾ ਡਿਸਾਈਡ ਨਹੀਂ ਕਰ ਪਾ ਰਹੇ ਕਿ ਕਿਹੜੇ ਵਿਸ਼ੇ ਨੂੰ ਲੈ ਕੇ ਅੱਗੇ ਵਧੀਏ। ਇਹ ਦੱਸੋ ਬੇਟਾ ਵੀ ਰਵੀ ਦਾ ਪਹਿਲਾ ਸਵਾਲ ਕੀ ਸੀ? ਰਵੀ ਕੀ ਸੀ? ਆਵਾਜ਼ ਦੀ ਪਛਾਣ ਮਤਲਬ ਸਪੀਚ ਰੈਕਗਨੀਸ਼ਨ। ਬਿਲਕੁਲ ਸਹੀ। ਅੰਕਲ, ਪ੍ਰਕਾਸ਼ ਦੇ ਮੰਮੀ ਡਾਕਟਰ ਪ੍ਰਤਿਭਾ ਦਾ ਵੀ ਇਹੀ ਸੁਝਾਅ ਸੀ। ਓ ਸ਼ੀ ਇਜ਼ ਗ੍ਰੇਟ ਐਂਡ ਡਾਇਨਾਮਿਕ ਲੇਡੀ। ਫਿਰ ਤੁਸੀਂ ਕਿਉਂ ਕਿਸੇ ਝੰਜਟ 'ਚ ਪੈ ਰਹੇ ਹੋ? ਮੇਰੇ ਜਵਾਨ ਦੋਸਤੋ, ਇਹ ਤਾਂ ਤੁਹਾਡੇ ਨਾਟਕ ਦਾ ਚੰਗਾ ਵਿਸ਼ਾ ਬਣ ਕੇ ਉੱਭਰੇਗਾ ਤੇ ਆਉਣ ਵਾਲੇ ਸਮੇਂ ਦੇ ਤੁਸੀਂ ਸਟਾਰ ਹੋ। ਅੰਕਲ, ਸਪੀਚ ਰੈਕਗਨੀਸ਼ਨ 'ਚ ਅਸੀਂ ਕਿਹੜੇ-ਕਿਹੜੇ ਮਸਲਿਆਂ ਨੂੰ ਸ਼ਾਮਿਲ ਕਰੀਏ? ਵੈਸੇ ਤਾਂ ਬਨੌਟੀ ਬੁੱਧੀ ਤੇ ਆਵਾਜ਼ ਦੀ ਪਛਾਣ ਦੀਆਂ ਆਪਣੀਆਂ ਕੋਈ ਸੀਮਾਵਾਂ ਨਹੀਂ ਨੇ। ਜੀ। ਤੇ ਜਦੋਂ ਨੁੱਕੜ ਨਾਟਕ ਦੀ ਗੱਲ ਆਉਂਦੀ ਹੈ ਤਾਂ ਇਹਦੀਆਂ ਸੀਮਾਵਾਂ ਦਾ ਦਾਇਰਾ ਤੇ ਹੋਰ ਵੀ ਵੱਡਾ ਹੋ ਜਾਂਦਾ ਹੈ। ਵੈਸੇ ਪਾਪਾ ਅਸੀਂ ਸਾਰੇ ਦੋਸਤ ਨਾ ਇੱਕ ਆਨਲਾਈਨ ਗਲੋਬਲ ਕਾਨਫਰੰਸ ਹੋਣ ਜਾ ਰਹੀ ਹੈ। ਅੱਛਾ, ਉਹਦਾ ਹਿੱਸਾ ਬਣਨ ਜਾ ਰਹੇ ਹਾਂ। ਮੈਨੂੰ ਲੱਗਦਾ ਉਹ 'ਚ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਮਿਲ ਜਾਏਗੀ। ਬਹੁਤ ਵਧੀਆ, ਬਹੁਤ ਵਧੀਆ। ਇਹਦੇ ਵਿੱਚ ਆਵਾਜ਼ ਦੇ ਮਾਧਿਅਮ ਨਾਲ ਵਿਅਕਤੀ ਵਿਸ਼ੇਸ਼ ਦੀ ਪਛਾਣ, ਸਵੈਚਾਲਿਤ ਮਸ਼ੀਨਾਂ ਦਾ ਨਿਯੰਤਰਣ ਤੇ ਨਾਲ ਹੀ ਡੀਕੋਡਿੰਗ ਦੀ ਤਕਨੀਕ ਦੀ ਜਾਣਕਾਰੀ ਵਰਗੇ ਜਿਹੜੇ ਪਹਿਲੂ ਨੇ ਨਾ, ਇਹਨਾਂ ਨੂੰ ਕਵਰ ਕਰਨਾ ਨਾ ਭੁੱਲਿਓ। ਅੰਕਲ, ਸੁਣਿਆ ਹੈ ਫੇਸਬੁੱਕ, ਐਮਾਜ਼ਨ, ਮਾਈਕਰੋਸਾਫਟ, ਗੂਗਲ ਤੇ ਐਪਲ ਵਰਗੀਆਂ ਕੰਪਨੀਆਂ ਨੇ ਤਾਂ ਆਪਣੇ ਬਹੁਤ ਸਾਰੇ ਉਤਪਾਦਾਂ 'ਚ ਇਸ ਸੁਵਿਧਾ ਨੂੰ ਸ਼ਾਮਿਲ ਵੀ ਕਰ ਲਿਆ ਹੈ। ਬਿਲਕੁਲ ਠੀਕ ਹੈ। ਭਈ ਉਹਨਾਂ ਦੀ ਤਕਨੀਕ ਜਿਹੜੀ ਹੈ ਨਾ, ਉਹ ਆਪਣੇ ਦੂਜੇ ਚਰਨ 'ਚ ਪਹੁੰਚ ਚੁੱਕੀ ਹੈ। ਭਈ ਤੁਸੀਂ ਹੌਲੀ-ਹੌਲੀ ਇਹ ਵੇਖੋਗੇ ਵੀ ਉਹਦਾ ਨਵਾਂ ਸਰੂਪ ਵੀ ਸਾਹਮਣੇ ਆ ਰਿਹਾ। ਅੰਕਲ, ਸਾਡੀ ਟੀਮ ਦਾ ਵੀ ਇਹ ਨਵਾਂ ਰੂਪ ਹੈ। ਅਸੀਂ ਸਟੇਜ ਤੋਂ ਨੁੱਕੜ ਦੇ ਵੱਲ ਜੋ ਘੁੰਮੇ ਜਾ ਰਹੇ ਹਾਂ। ਸਹੀ ਕਿਹਾ, ਬਿਲਕੁਲ ਠੀਕ ਹੈ। ਪਰ ਇਹ ਦੱਸੋ ਵੀ ਕੋਵਿਡ ਕਾਲ ਵਿੱਚ ਤੁਹਾਡੀ ਟੀਮ ਪੇਸ਼ਕਾਰੀ ਕਰੇਗੀ ਕਿਵੇਂ? ਵੀ ਚਾਹ 'ਚ ਫੇਰੇ ਬੰਧਨ ਜੋ ਇਹਨੇ ਲੱਗੇ ਹੋਏ ਨੇ। ਅੰਕਲ, ਇਸ ਦੌਰਾਨ ਅਸੀਂ ਆਪਣੀ ਤਿਆਰੀ ਤੇ ਰਿਹਰਸਲ ਤਾਂ ਸ਼ੁਰੂ ਕਰ ਹੀ ਸਕਦੇ ਹਾਂ। ਜਿਵੇਂ ਵੀ ਸਥਿਤੀ ਆਮ ਹੋਏਗੀ, ਸਾਡੀ ਟੀਮ ਦਾ ਕੰਮ ਸ਼ੁਰੂ ਹੋ ਜਾਏਗਾ। ਬਿਲਕੁਲ ਦਰੁਸਤ ਹੈ। ਬਈ ਇੰਨੇ ਸਾਰੇ ਬੰਦਰਾਂ ਤੋਂ ਬਾਅਦ ਜਦੋਂ ਹਾਲਾਤ ਆਮ ਵਰਗੇ ਹੋਣਗੇ ਤੇ ਸਾਰੇ ਵੇਖ ਕੇ ਖੁਸ਼ ਹੋਣਗੇ ਜੀ। ਤੇ ਲੋਕ ਆਪਣੇ ਇਕੱਲੇਪਣ ਤੋਂ ਬਾਹਰ ਆਉਣ ਦਾ ਯਤਨ ਵੀ ਕਰਨਗੇ। ਇਹਨੂੰ ਹੀ ਤਾਂ ਕਹਿੰਦੇ ਨੇ ਕਿ ਆਮ ਕੇ ਆਮ ਗੁਠਲੀਆਂ ਕੇ ਦਾਮ। ਅੰਕਲ, ਹਾਂਜੀ ਬੇਟੇ। ਹੁਣ ਸਾਨੂੰ ਚੱਲਣਾ ਚਾਹੀਦਾ ਹੈ। ਸਾਡਾ ਮਾਰਗਦਰਸ਼ਨ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਹ ਰੁਕੋ ਤੁਸੀਂ 2 ਮਿੰਟ। ਕ੍ਰਿਸ਼ਨ ਬੇਟੇ, ਹਾਂਜੀ ਪਾਪਾ। ਬਈ ਤੁਹਾਡੇ ਦੋਸਤ ਆਏ ਨੇ ਲੰਬੇ ਸਮੇਂ ਤੋਂ ਬਾਅਦ, ਕੁਝ ਖਾਓਗੇ ਨਹੀਂ ਇਹਨਾਂ ਨੂੰ ਤੁਸੀਂ? ਪਾਪਾ ਖਾਂਦੇ ਪੀਂਦੇ ਘਰਾਂ ਦੇ ਬੱਚੇ ਆ, ਘਰੋਂ ਖਾ ਕੇ ਆਏ ਹੋਣੇ। ਸਰ ਤੁਸੀਂ ਉਸ ਦੀ ਚਿੰਤਾ ਨਾ ਕਰੋ। ਕ੍ਰਿਸ਼ਨ ਹੈ ਨਾ ਸਾਡੇ ਨਾਲ, ਸਾਰਾ ਹਿਸਾਬ ਤਾਂ ਪੂਰਾ ਕਰ ਲਵਾਂਗੇ। ਅੱਛਾ। मेहरबान कदरदान, जरा इधर दियो ध्यान। थल्ले है जमीन ते ऊपर आसमान। जबूरे कुछ भुलते नहीं गए? ਹਜ਼ੂਰ, ਭੁੱਲਣ ਤੁਹਾਡੇ ਦੁਸ਼ਮਣ। ਅੱਜ ਤਕਨੀਕ ਦਾ ਜ਼ਮਾਨਾ ਹੈ। ਜਿਹੜਾ ਕੱਲ ਨਹੀਂ ਸੀ, ਅੱਜ ਹੈ।
ਅੱਜ ਨਹੀਂ ਹੈ ਤਾਂ ਕੱਲ ਹੋਏਗਾ। ਕਰੋਨਾ ਪਿੱਛੇ ਰਹਿ ਗਿਆ, ਨਵੀਂ ਦੁਨੀਆ ਅੱਗੇ ਹੈ। ਜਮੂਰੇ ਜੀ ਉਸਤਾਦ। ਤੂੰ ਤਾਂ ਉਸਤਾਦਾਂ ਦਾ ਉਸਤਾਦ ਨਿਕਲਿਆ। ਉਸਤਾਦ, ਇਹ ਸਭ ਤੁਹਾਡਾ ਕਮਾਲ ਹੈ। ਜਮੂਰੇ ਜੀ ਤੂੰ 21ਵੀਂ ਸਦੀ ਦੀ ਔਲਾਦ ਹੈ। ਇੱਥੇ ਅਕਲ ਵੀ ਮਸ਼ੀਨਾਂ ਵੰਡਦੀਆਂ ਨੇ। ਉਸਤਾਦ, ਇਹ ਅਕਲ ਮਸ਼ੀਨੀ ਨਹੀਂ, ਬਹੁਤ ਸੂਝ-ਬੂਝ ਤੇ ਸੇਵਾ ਨਾਲ ਮਿਲੀ ਹੈ। ਜਮੂਰੇ ਜੀ ਉਸਤਾਦ। ਯਾਦ ਰੱਖ, ਸੇਵਾ ਦਾ ਫਲ ਮਿੱਠਾ ਹੁੰਦਾ ਹੈ। ਮਿਹਰਬਾਨੋ, ਕਦਰਦਾਨੋ, ਕੀ ਮੈਂ ਝੂਠ ਬੋਲਿਆ? ਕੋਈ ਨਾ ਬਈ, ਕੋਈ ਨਾ। ਹੈਂ? ਸਾਰੇ ਚੁੱਪ ਹੋ ਗਏ। ਉਸਤਾਦ, ਇਹ ਤੁਹਾਡੇ ਜਾਦੂ ਦਾ ਪ੍ਰਭਾਵ ਹੈ। ਜਾਦੂ ਨਹੀਂ, ਕਰੋਨਾ ਕਾਲ ਦਾ ਪ੍ਰਭਾਵ ਹੈ। ਫੇਸ ਮਾਸਕ ਨੇ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਉਸਤਾਦ, ਇਹ ਹਾਸੀ ਦੱਸਦੀ ਹੈ ਇਹਨਾਂ ਦਾ ਭੋਲਾਪਣ। ਜਬੂਰੇ, ਵੱਡਿਆਂ ਦਾ ਆਦਰ ਕਰ ਤੇ ਛੋਟਿਆਂ ਨੂੰ ਪਿਆਰ ਕਰ। ਉਸਤਾਦ, ਮੈਂ ਗਲਤ ਆਖਿਆ? ਜਬੂਰੇ, ਯਾਦ ਰੱਖ, ਮੇਰੇ ਕੋਲ ਉਹ ਜਾਦੂ ਹੈ ਜਿਹੜਾ ਸੁਰ ਤੇ ਆਵਾਜ਼ ਦੀ ਚਾਲ ਨੂੰ ਵੀ ਫੜ ਲੈਂਦਾ ਹੈ। ਇਹ ਕੀ ਕਹੀ ਜਾਂਦੇ ਆ? ਜਾਦੂ ਤੇ ਆਵਾਜ਼ ਤੇ ਸੁਰ ਤੇ ਚਾਲ ਨੂੰ। ਉਸਤਾਦ, ਇਧਰੋਂ ਕੁਝ ਸੁਗਬੁਗਾਹਟ ਆ ਰਹੀ ਹੈ। ਮਿਹਰਬਾਨੋ ਤੇ ਕਦਰਦਾਨੋ, ਇਹ ਜਮੂਰਾ ਕੀ ਕਹਿ ਰਿਹਾ ਹੈ? ਉਸਤਾਦ, ਇਹ ਆਖ ਰਿਹਾ ਹੈ ਸਭ ਝੂਠ ਬੋਲ ਰਹੇ ਨੇ। ਜਮੂਰੇ, ਹੱਥ ਕੰਗਨ ਨੂੰ ਆਰਸੀ ਕੀ? ਹੁਣ ਆਇਆ ਉੱਡ ਪਹਾੜ ਦੇ ਹੇਠਾਂ। ਹਾਂ ਉਸਤਾਦ, ਸਾਰੇ ਤਿਆਰ ਨੇ ਤੁਹਾਡੀ ਮਸ਼ੀਨੀ ਬੁੱਧੀ ਦੇ ਕਮਾਲ ਨੂੰ ਪਰਖਣ ਲਈ। ਹਾਂ, ਮਸ਼ੀਨੀ ਬੁੱਧੀ ਆ ਪਹਿਲੀ ਵਾਰ ਸੁਣਿਆ ਭਾਈ। ਅਕਲ ਵੀ ਮਸ਼ੀਨਾਂ 'ਚ ਤਿਆਰ ਹੋਣ ਲੱਗ ਪਈ ਹੈ। ਕਿਉਂ ਨਹੀਂ? ਇਹ ਸਭ ਕਮਾਲ ਹੈ ਮੇਰੀ ਜਾਦੂਗਰੀ ਦਾ। ਉਸਤਾਦ, ਤਕਨੀਕ ਦਾ ਜ਼ਮਾਨਾ ਹੈ, ਸਾਰੀ ਹੇਰਾ ਫੇਰੀ ਫੜੀ ਜਾਏਗੀ। ਜਮੂਰੇ, ਜੀ ਉਸਤਾਦ। ਸਹੀ ਫੜਿਆ। ਇਹ ਕੋਈ ਹੇਰਾ ਫੇਰੀ ਨਹੀਂ। ਹੱਥ ਦਾ ਕਮਾਲ। ਜਮੂਰਾ ਵੱਡਾ ਉਸਤਾਦ ਹੈ, ਹਰ ਥਾਂ ਗਲਤੀ ਲੱਭਦਾ ਹੈ। ਉਸਤਾਦ ਗਲਤੀ ਨਹੀਂ, ਸਵਾਲ ਕਰਦਾ ਹੈ ਤੇ ਇਹੀ ਵਿਗਿਆਨ ਸਿਖਾਉਂਦਾ ਵੀ ਹੈ। ਸਰ ਜੀ, ਇਹ ਜਮੂਰਾ ਨਹੀਂ, ਅੱਜ ਦਾ ਪੜਿਆ ਹੋਇਆ ਇਨਸਾਨ ਹੈ। ਕੀ ਆਖਿਆ? ਇਹੀ ਤਾਂ ਮੈਂ ਵੀ ਦੱਸਣ ਆਇਆ। ਉਸਤਾਦ, ਮੈਂ ਕੁਝ ਨਹੀਂ ਕਿਹਾ। ਹੁਣ ਦੱਸੋ ਭਲਾ, ਕਿੱਥੇ ਗਿਆ ਤੁਹਾਡੀ ਆਵਾਜ਼ ਦਾ ਜਾਦੂ ਹੈ? ਮਿਹਰਬਾਨ, ਇਹ ਕੋਈ ਹੱਥ ਦਾ ਕਮਾਲ ਨਹੀਂ ਤੇ ਨਾ ਹੀ ਕੋਈ ਜਾਦੂਈ ਕ੍ਰਿਸ਼ਮਾ। ਉਸਤਾਦ, ਫੇਰ ਕੀ ਹੈ? ਉਡੀਕ ਹੁਣ ਖਤਮ ਹੋਵੇ ਤਾਂ ਹਕੀਕਤ ਹੁਣ ਸਾਹਮਣੇ ਆਏ। ਚਲੋ ਲੈ ਚੱਲਦਾ ਜਾਦੂਈ ਆਵਾਜ਼ ਦੇ ਵੱਲ। ਜਿਹੜਾ ਕੁਝ ਬੋਲੋਗੇ ਤਾਂ ਸਾਰਾ ਲਿਖਿਆ ਹੋਇਆ, ਨਹੀਂ, ਲਿਖਣ 'ਚ ਸਮਾਂ ਲੱਗੇਗਾ, ਇਸ ਲਈ ਪ੍ਰਿੰਟ ਕੀਤਾ ਹੋਇਆ ਹੋਵੇਗਾ। ਉਸਤਾਦ, ਫਿਰ ਦੇਰ ਕਿਸ ਗੱਲ ਦੀ ਹੈ? ਹਾਜ਼ਰ ਕਰੋ ਹੁਣ ਤੱਕ ਹੋਈ ਗੱਲਬਾਤ ਨੂੰ। ਜਮੂਰੇ, ਜੀ ਉਸਤਾਦ। ਥੋੜਾ ਇੰਤਜ਼ਾਰ ਕਰੋ। ਸਹਿਜ ਪਕੇ ਸੋ ਮੀਠਾ, ਆંકੜੇ ਦਾ ਬਾਕੜਾ ਵਿਗਿਆਨ ਨਹੀਂ ਪੜਿਆ। ਸਾਨੂੰ ਸ਼ਬਦਾਂ ਦੇ ਜਾਲ 'ਚ ਨਾ ਉਲਝਾਓ। ਉਸਤਾਦ, ਹੁਣ ਦੇਰੀ ਕਿਉਂ? ਦੇਰੀ ਕਿੱਥੇ? ਪ੍ਰਿੰਟ ਤਿਆਰ ਹੈ ਇਸ ਬਾਕਸ 'ਚ। ਮਿੱਛੀ, ਉਹ ਇਹ ਤਾਂ ਇੱਕ ਉਹੀ ਸ਼ਬਦ ਆ ਜਿਹੜਾ ਉਹਨੇ ਗੱਲਬਾਤ 'ਚ ਆਇਆ ਸੀ। ਕਮਾਲ ਹੋ ਗਈ ਯਾਰ। ਆਹੋ ਯਾਰ। ਹੈ ਉਸਤਾਦ, ਇਹਨਾਂ ਦੇ ਮਨ 'ਚ ਸ਼ੱਕ ਹੈ ਕਿ ਤੁਸੀਂ ਇਹ ਪ੍ਰਿੰਟ ਪਹਿਲਾਂ ਤੋਂ ਹੀ ਤਿਆਰ ਕੀਤਾ ਹੋਇਆ ਸੀ। ਜਮੂਰਾ ਬਹੁਤ ਤੇਜ਼ ਹੈ, ਮਨ ਦੀ ਗੱਲ ਸਮਝਦਾ ਹੈ। ਉਸਤਾਦ। ਮਿਹਰਬਾਨੋ, ਕਦਰਦਾਨੋ, ਤੁਹਾਡਾ ਵਿਸ਼ਵਾਸ ਬਣਿਆ ਰਹੇ। ਤੁਸੀਂ ਅੱਗੇ ਆਓ, ਅੱਗੇ। ਮਿੱਛੀ ਜਾ ਕੇ ਅੱਗੇ। ਤੂੰ ਓ ਜਾ ਤੂੰ, ਮੈਂ ਖੜਾ ਪਿੱਛੇ। ਉਹ ਮੈਂ ਆਨਾ ਜੀ। ਹਾਂਜੀ ਆਨਾ ਮੈਂ। ਫੜਿਆ ਗਿਆ, ਫੜਿਆ ਗਿਆ। ਇਹ ਰਹੀ ਮੇਰੀ ਜਾਦੂਈ ਮਸ਼ੀਨ। ਸੱਚ ਤੇ ਝੂਠ ਦਾ ਫੈਸਲਾ ਹੱਥੋਂ ਹੱਥ। ਮਿਹਰਬਾਨ, ਇਸ ਦੇ ਮਨ 'ਚ ਕੀ ਛੁਪਿਆ ਹੋਇਆ ਹੈ, ਕੀ ਸੱਚ ਤੇ ਕੀ ਝੂਠ ਹੈ, ਇਸ ਦੇ ਇਲਾਵਾ ਕੋਈ ਨਹੀਂ ਜਾਣਦਾ। ਉਸਤਾਦ, ਝੂਠ ਕਿੱਥੇ? ਉੱਪਰ ਵਾਲਾ ਸਭ ਜਾਣਦਾ ਹੈ। ਇਹ ਰਿਹਾ ਇਹ ਸੱਜਣ ਦਾ ਕੱਚਾ ਚਿੱਠਾ। ਉਸਤਾਦ, ਸੱਚਾ ਚਿੱਠਾ ਕਿਉਂ ਨਹੀਂ? ਕੀ ਸੱਚ ਆਖਿਆ ਸੀ ਤੇ ਕੀ ਝੂਠ, ਇਹ ਤਾਂ ਇਹੀ ਦੱਸ ਸਕਦੇ ਨੇ। ਜ਼ਰਾ ਪੜ੍ਹ ਕੇ ਦੇਖੋ। ਬਿਲਕੁਲ ਸਹੀ। ਕਮਾਲ ਹੋ ਗਿਆ। ਉਸਤਾਦ, ਕੀ ਕ੍ਰਿਸ਼ਮਾ ਕਰ ਸਕਦੀ ਹੈ ਤੁਹਾਡੀ ਇਹ ਜਾਦੂਈ ਕੜੀ? ਜਬੂਰੇ, ਜੀ ਉਸਤਾਦ। ਇਹ ਜਾਦੂਈ ਘੜੀ ਨਹੀਂ, ਜਾਦੂਈ ਤਕਨੀਕ ਹੈ। ਜੇਕਰ ਕਿਸੇ ਵਿਅਕਤੀ ਦੇ ਆਵਾਜ਼ ਦੇ ਸੈਂਪਲ ਇਸ 'ਚ ਫੀਡ ਕਰ ਦਿੱਤੇ ਜਾਣ ਤਾਂ ਉਸ ਦੀ ਪਛਾਣ ਕਰ ਸਕਦੀ ਹੈ। ਲੈ ਭਾਈ, ਬਦਮਾਸ਼ਾਂ ਤੇ ਛਾਤਰਾਂ ਦੀਆਂ ਵੱਧ ਗਈਆਂ ਮੁਸੀਬਤਾਂ। ਉਸਤਾਦ, ਇਧਰੋਂ ਫੇਰ ਕੁਝ ਆਵਾਜ਼ ਆ ਰਹੀ ਹੈ।
ਹਾਂ ਸਮਝਿਆ। ਇਸ ਜਾਦੂਈ ਮਸ਼ੀਨ ਦੀ ਕਮੀ ਵੀ ਹੈ। ਸ਼ਬਦਾਂ ਦਾ ਹੇਰ-ਫੇਰ, ਉਚਾਰਨ ਦੋਸ਼, ਆਵਾਜ਼ ਤੇ ਸੁਰ ਚ ਕੰਪਨ, ਇਹ ਸਭ ਗੜਬੜ ਕਰ ਸਕਦੇ ਨੇ। ਉਸਤਾਦ, ਕਹਾਣੀ ਸਮਾਪਤ ਜਾਂ ਕੁਝ ਬਚਿਆ ਹੈ? ਬੱਚੇ, ਵਿਗਿਆਨ ਤੇ ਤਕਨੀਕ ਨਵਾਂਚਾਰਾਂ ਦੀ ਜਰਨੀ ਹੈ। ਜਿੰਨੀ ਡੂੰਗੀ ਡੁਬਕੀ ਉਨਾ ਹੀ ਲਾਭ। ਗਹਿਰੇ ਪਾਣੀ ਬੈਠ। ਉਸਤਾਦ, ਇਹ ਮੇਰਾ ਨਹੀਂ, ਉਸ ਪੱਧਰ ਪੁਰਸ਼ ਦਾ ਸਵਾਲ ਹੈ ਬਈ ਜਿਸ ਦਾ ਗਲਾ ਬੈਠਿਆ ਹੋਇਆ ਹੈ ਉਸ ਦਾ ਕੀ ਹੋਏਗਾ? ਮਿਹਰਬਾਨੋ, ਕਦਰਦਾਨੋ, ਬੜਾ ਹਾਜ਼ਰ ਜਵਾਬ ਹੈ ਮੇਰਾ ਜਮੂਰਾ। ਸਵਾਲਾਂ ਦੇ ਸਵਾਲ ਦਾਗ ਰਿਹਾ ਹੈ। ਉਸਤਾਦ, ਸਵਾਲ ਨਹੀਂ, ਜਿਗਿਆਸਾ। ਜਮੂਰੇ, ਇਸ ਤਰ੍ਹਾਂ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਸੁਰ ਤੇ ਬੋਲੀ ਨੂੰ ਪਛਾਣਨ ਦੀ ਇਸ ਜਾਦੂਈ ਤਕਨੀਕ ਦੀਆਂ ਵੀ ਕੁਝ ਕਮੀਆਂ ਨੇ। ਇਹ ਸਦਾ ਸਟੀਕ ਨਹੀਂ ਹੋ ਸਕਦੀ। ਉਚਾਰਨ ਤੇ ਲਹਿਜੇ ਦਾ ਦੋਸ਼ ਹੋ ਸਕਦਾ ਹੈ। ਬਾਹਰੀ ਸ਼ੋਰਗੁਲ ਪ੍ਰਭਾਵਿਤ ਕਰ ਸਕਦਾ ਹੈ ਤੇ ਨਾਲ ਹੀ ਸਮੇਂ, ਲਾਗਤ ਅਤੇ ਉਤਪਾਦਨ ਦਾ ਅੰਕਲਨ ਵੀ ਜ਼ਰੂਰੀ ਹੈ। ਉਸਤਾਦ, ਕੀ ਹੁਣ ਕਹਾਣੀ ਸਮਾਪਤ? ਉਹ ਜਮੂਰੇ, ਤੁਹਾਡੇ ਲਈ ਡਾਕਟਰ ਪ੍ਰਤਿਭਾ ਦਾ ਇਹ ਸੰਦੇਸ਼। ਉਪਸਥਿਤ ਸੱਜਣੋ, ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇਹ ਛੋਟੀ ਜਿਹੀ ਪਰ ਅਨੋਖੀ ਪੇਸ਼ਕਾਰੀ ਸੀ। ਨਵੀਂ ਤਕਨੀਕ ਅੱਜ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸੇ ਦਿਸ਼ਾ 'ਚ ਸ਼ਾਮਿਲ ਹੈ ਸਪੀਚ ਰੈਕਗਨੀਸ਼ਨ। ਇੱਕ ਅਧਿਐਨ ਦੇ ਅਨੁਸਾਰ ਆਉਣ ਵਾਲੇ ਸਮੇਂ 'ਚ ਇਸ ਤਕਨੀਕ ਦਾ ਉਪਯੋਗ ਵੱਧ ਕੇ ਇਸ ਦਾ ਵਪਾਰ ਲਗਭਗ 1.5 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਏਗਾ। ਸੁਰ ਅਤੇ ਆਵਾਜ਼ ਦੀ ਇਸ ਜਾਦੂਈ ਤਕਨੀਕ ਦੀ ਪਹੁੰਚ ਸਾਡੇ ਘਰ ਦੇ ਦਰਵਾਜ਼ੇ, ਫ੍ਰਿਜ, ਪੱਖੇ ਅਤੇ ਰੋਸ਼ਨੀ ਤੱਕ ਹੋਏਗੀ। ਅਲੈਕਸਾ, ਗੂਗਲ ਹੋਮ ਅਤੇ ਐਮਾਜ਼ਨ ਘਰਾਂ 'ਚ ਆਮ ਗੱਲਾਂ ਨੇ ਜੋ ਤੁਹਾਡੀਆਂ ਗੱਲਾਂ ਨੂੰ ਸੁਣ ਸਕਦੇ ਨੇ ਤੇ ਪ੍ਰਸ਼ਨਾਂ ਦੇ ਉੱਤਰ ਵੀ ਦੇ ਸਕਦੇ ਨੇ। ਅੱਜ ਸਮਾਰਟ ਹੋਮ ਦੀ ਕਲਪਨਾ ਸਾਡੇ ਇੱਥੇ ਵੀ ਸਾਕਾਰ ਹੋ ਰਹੀ ਹੈ। ਬਜ਼ੁਰਗਾਂ, ਅਪੰਗਾਂ ਅਤੇ ਅਸਹਾਇ ਵਿਅਕਤੀਆਂ ਦੇ ਲਈ ਇਹ ਤਕਨੀਕ ਇੱਕ ਵਰਦਾਨ ਬਣ ਕੇ ਉੱਭਰ ਰਹੀ ਹੈ। ਸਿਹਤ ਖੇਤਰ 'ਚ ਮੈਡੀਕਲ ਟ੍ਰਾਂਸਕ੍ਰਿਪਸ਼ਨ 'ਚ ਉਸ ਦੀ ਉਪਯੋਗਤਾ ਵਧ ਰਹੀ ਹੈ। ਆਵਾਜ਼ ਦੀ ਇਹ ਜਾਦੂਈ ਤਕਨੀਕ ਕਿਸੇ ਕ੍ਰਿਸ਼ਮਈ ਚਿਰਾਗ ਤੋਂ ਘੱਟ ਨਹੀਂ ਹੈ। ਲੈ ਮੇਰੀ ਬੀਬੀ ਨੇ ਤਾਂ ਸਿਰੇ ਲਾਤੀ। ਆ ਕਮਾਲ ਕਰਤੀ ਬਈ। ਹਾਂ, ਸਾਨੂੰ ਭਾਸ਼ਣ ਮਾਨਤਾਵਾਂ, ਸਮਰਥਾਵਾਂ ਦੀ ਜ਼ਰੂਰਤ ਕਿਉਂ ਹੈ? ਇੱਕ ਅਧਿਐਨ ਦੇ ਅਨੁਸਾਰ ਵਿਸ਼ਵੀ ਭਾਸ਼ਣ ਮਾਨਤਾ ਪ੍ਰਯੋਗਾਂ ਦਾ ਬਾਜ਼ਾਰ 2023 ਤੱਕ 18 ਬਿਲੀਅਨ ਅਮਰੀਕੀ ਡਾਲਰ ਦਾ ਹੋਵੇਗਾ। ਭਾਸ਼ਣ ਪਹਿਚਾਣ ਦਾ ਉਪਯੋਗ ਵਿਆਪਕ ਰੂਪ ਨਾਲ ਡਿਜੀਟਲ ਸਹਾਇਕਾਂ, ਸਮਾਰਟ ਸਪੀਕਰਾਂ, ਸਮਾਰਟ ਹੋਮ ਅਤੇ ਸਵੈ-ਚਾਲਨ 'ਚ ਵਿਭਿੰਨ ਸੇਵਾਵਾਂ, ਉਤਪਾਦਾਂ ਅਤੇ ਸਮਾਧਾਨਾਂ ਦੇ ਲਈ ਕੀਤਾ ਜਾਂਦਾ ਹੈ। ਤੁਹਾਡੇ ਕਮਾਂਡ ਨਾਲ ਜਿਹੜਾ ਤੁਹਾਡੇ ਸਮਾਰਟ ਲਾਈਟ ਨੂੰ ਚਾਲੂ ਜਾਂ ਬੰਦ ਕਰਦੇ ਨੇ, ਗੂਗਲ ਹੋਮ ਅਸਿਸਟੈਂਟ ਜਿਹੜੇ ਤੁਹਾਡੇ ਨਾਲ ਸਪੇਸ ਟ੍ਰੀਵੀਆ ਰੱਖ ਸਕਦਾ ਹੈ ਤੇ ਬੇਨਤੀ ਕੀਤੇ ਜਾਣ ਤੇ ਵਿੱਤੀ ਲੈਣ ਦੇਣ ਕਰ ਸਕਦਾ ਹੈ, ਅਲੈਕਸਾ ਜਿਹੜਾ ਤੁਹਾਡੇ ਕਰਿਆਨੇ ਦਾ ਆਰਡਰ ਦੇ ਸਕਦੀ ਹੈ ਤੇ ਤੁਹਾਡੇ ਲਈ ਕੈਬ ਬੁਲਾ ਸਕਦੀ ਹੈ, ਆਟੋਮੋਬਾਈਲ, ਰੈਫਰੀਜਰੇਟਰ ਦੇ ਲਈ ਅਤੇ ਵਾਸ਼ਿੰਗ ਮਸ਼ੀਨ ਜਿਹੜੀ ਤੁਹਾਡੀ ਆਵਾਜ਼ ਕਮਾਂਡ ਦਾ ਪਾਲਣ ਕਰਦੀ ਹੈ, ਵਾਕ ਪਹਿਚਾਣ ਪ੍ਰਣਾਲੀ ਦਾ ਘਟਕ ਹੈ ਜਿਹੜਾ ਇਸ ਨੂੰ ਸੰਭਵ ਬਣਾਉਂਦਾ ਹੈ। ਭਾਸ਼ਣ ਦੀ ਪਹਿਚਾਣ ਕਰਨ ਦੇ ਲਈ ਕੀਤੇ ਜਾਣ ਵਾਲੇ ਪਾਰੰਪਰਿਕ ਐਲਗੋਰਿਦਮ 'ਚ ਸੀਮਿਤ ਸਮਰੱਥਾਵਾਂ ਨੇ ਅਤੇ ਕੇਵਲ ਸੀਮਿਤ ਸੰਖਿਆਵਾਂ ਦੇ ਸ਼ਬਦਾਂ ਦੀ ਪਹਿਚਾਣ ਕਰ ਸਕਦੇ ਨੇ। AI ਅਤੇ ਮਸ਼ੀਨ ਲਰਨਿੰਗ ਮਾਡਲ ਦੇ ਆਉਣ ਨਾਲ ਐਲਗੋਰਿਦਮ ਦੀ ਸਮਰੱਥਾ 'ਚ ਤੇਜ਼ੀ ਨਾਲ ਸੁਧਾਰ ਹੋਇਆ। AI ਦਾ ਉਪਯੋਗ ਕਰਕੇ ਸਪੀਚ ਰੈਕਗਨੀਸ਼ਨ ਇੱਕ ਆਮ ਸੇਵਾ ਬਣ ਗਿਆ। ਇਸ ਤੋਂ ਇਲਾਵਾ ਵਾਕ ਪਹਿਚਾਣ ਸੇਵਾਵਾਂ ਦਾ ਉਪਯੋਗ ਆਵਾਜ਼ ਪਹਿਚਾਣ ਸੇਵਾਵਾਂ ਦੇ ਲਈ ਕੀਤਾ ਜਾ ਸਕਦਾ ਹੈ, ਜਿਸ ਨਾਲ NLP ਦੀ ਸੇਵਾ ਚੰਗੀ ਤੇ ਜ਼ਿਆਦਾ ਕੁਸ਼ਲ ਹੋ ਜਾਂਦੀ ਹੈ। ਉਸਤਾਦ, ਕਮਾਲ ਹੈ। ਡਾਕਟਰ ਪ੍ਰਤਿਭਾ ਨੇ ਤਾਂ ਤੁਹਾਡੀ ਤਕਨੀਕ ਤੋਂ ਪਰਦਾ ਚੁੱਕ ਕੇ ਲਗਾ ਦਿੱਤੇ 4 ਚੰਦ। ਜਮੂਰੇ, ਵਿਗਿਆਨ, ਤਕਨੀਕ ਤੇ ਕਲਾ ਦੀ ਕੋਈ ਸੀਮਾ ਨਹੀਂ ਹੁੰਦੀ। ਜੀਵਨ ਨੂੰ ਨਿਖਾਰਨ, ਸੰਵਾਰਨ ਤੇ ਬਣਾਉਣ ਦਾ ਹੀ ਇੱਕ ਉਦੇਸ਼ ਇਸ 'ਚ ਛੁਪਿਆ ਹੋਇਆ ਹੈ। ਵਾਹ ਉਸਤਾਦ, ਸਮਾਰਟ ਗਿਆਨ, ਸਮਾਰਟ ਤਕਨੀਕ ਤੇ ਸਮਾਰਟ ਉਸਤਾਦ ਦਾ ਸਮਾਰਟ ਜਮੂਰਾ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ। ਆਉਣ ਵਾਲਾ ਕੱਲ ਦੀ 13ਵੀਂ ਕੜੀ। ਮੂਲ ਲੇਖਨ ਡਾਕਟਰ RS ਯਾਦਵ, ਲੜੀਵਾਰ ਸੰਯੋਜਕ ਡਾਕਟਰ BK ਤਿਆਗੀ, ਪੰਜਾਬੀ ਰੂਪਾਂਤਰ ਤੇ ਖੋਜ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਅਤੇ ਚੰਡੀਗੜ੍ਹ। ਹਿੱਸਾ ਲੈਣ ਵਾਲੇ ਕਲਾਕਾਰ ਅਵਰਿੰਦਰ ਕੌਰ, ਦਲਜਿੰਦਰ ਸਿੰਘ,
ਸੁਖਦੇਵ ਸਿੰਘ ਨਾਗਰਾ, ਪੰਕਜ, ਵਿਕਾਸ ਨੇਬ ਅਤੇ ਪ੍ਰੇਮ ਕਾਕੜੀਆ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।